ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਸਾਖੀ ਰੰਗੂ ਤੇ ਮੰਗੂ ਦੋ ਭਾਈਆਂ ਦੀ ਹੈ। ਰੰਗੂ ਮੰਗੂ ਦੋਨੋਂ ਭਾਈ ਨਾਮ ਦੇ ਰਸੀਏ ਜੰਗਲ ਵਿੱਚੋਂ ਲੱਕੜਾਂ ਬਾਜ਼ਾਰ ਵਿੱਚ ਵੇਚ ਕੇ ਪੇਟ ਦੀ ਅੱਗ ਬੁਝਾਉਂਦੇ ਹਨ। ਇੱਕ ਦਿਨ ਜੰਗਲ ਵਿੱਚੋਂ ਲੱਕੜਾਂ ਲੈ ਕੇ ਸ਼ਹਿਰ ਵਿੱਚ ਆ ਰਹੇ ਸਨ। ਅੱਗੇ ਅੱਗੇ ਵੱਡਾ ਭਾਈ ਤੇ ਪਿੱਛੇ ਪਿੱਛੇ ਛੋਟਾ ਭਾਈ ਆ ਰਿਹਾ ਸੀ। ਰੰਗੂ ਨੇ ਦੇਖਿਆ ਸੱਤ ਪਾਤਸ਼ਾਹੀ ਦਾ ਬੇਕੀਮਤੀ ਲਾਲ ਰਸਤੇ ਵਿੱਚ ਚਮਕ ਰਿਹਾ ਹੈ। ਇਸ ਨੇ ਪੈਰ ਦੇ ਨਾਲ ਲਾਲ ਪਰ ਮਿੱਟੀ ਪਾ ਦਿੱਤੀ। ਪਿੱਛੋਂ ਛੋਟੇ ਭਾਈ ਮੰਗੂ ਨੇ ਤੱਕ ਕੇ ਪੁੱਛਿਆ, ਵੀਰ ਜੀ ਕੀ ਚੀਜ਼ ਹੈ ਜਿਸ ਨੂੰ ਪੈਰ ਨਾਲ ਦੱਬਿਆ ਹੈ? ਰੰਗੂ ਨੇ ਕਿਹਾ, ਵੀਰ ਕੁਝ ਨਹੀਂ। ਫਿਰ ਮੰਗੂ ਨੇ ਕਿਹਾ, ਵੀਰ ਜ਼ਰੂਰ ਦੱਸ ਕੀ ਚੀਜ਼ ਤੇ ਮਿੱਟੀ ਪਾਈ ਹੈ? ਹੁਣ ਰੰਗੂ ਨੇ ਕਿਹਾ, ਵੀਰ ਲਾਲ ਪਿਆ ਹੈ, ਉਸ ਪਰ ਮਿੱਟੀ ਪਾਈ ਹੈ। ਇਹ ਸੁਣ ਮੰਗੂ ਰੋਣ ਲੱਗ ਪਿਆ। ਮੰਗੂ ਦਾ ਰੋਣਾ ਸੁਣ ਕੇ ਰੰਗੂ ਕਹਿਣ ਲੱਗਿਆ, ਵੀਰ ਮੈਂ ਤਾਂ ਇਸ ਵਾਸਤੇ ਮਿੱਟੀ ਪਾਈ ਸੀ ਕਿ ਦੇਖ ਕੇ ਕਿਤੇ ਮੰਗੂ ਦਾ ਮਨ ਲਾਲਚ ਵਿੱਚ ਆ ਕੇ ਝੁਕ ਨਾ ਲਵੇ ਤੇ ਸਿੱਖੀ ਦੀ ਸਟੇਜ ਤੋਂ ਫੇਲ ਨਾ ਹੋ ਜਾਵੇ। ਸਾਹਿਬ ਕਹਿੰਦੇ ਹਨ, ਸਿੱਖ ਵਾਸਤੇ ਪਰਾਇਆ ਧਨ ਪੱਥਰ ਦੇ ਸਮਾਨ ਹੈ ਤੇ ਪਰਾਈ ਇਸਤਰੀ ਮਾਤਾ ਦੇ ਸਮਾਨ ਹੈ। ਪਰ ਧਨ ਪਾਹਨ ਤੁਲ ਤ੍ਰਿਐ ਪਰ ਮਾਤ ਹਮਾਰੇ। ਸੋ ਮੰਗੂ ਮੈਂ ਤਾਂ ਇਸੇ ਵਾਸਤੇ ਮਿੱਟੀ ਪਾਈ ਸੀ ਕਿ ਤੇਰਾ ਮਨ ਨਾ ਡੁਲਾਇਮਾਨ ਹੋ ਜਾਏ। ਪਰ ਉਹੀ ਗੱਲ ਹੋਈ, ਤੂੰ ਰੋਣ ਲੱਗ ਗਿਆ ਹੈ। ਇਹ ਸੁਣ ਕੇ ਮੰਗੂ ਕਹਿਣ ਲੱਗਿਆ, ਵੀਰ ਮੈਂ ਤਾਂ ਇਸ ਵਾਸਤੇ ਰੋਂਦਾ ਹਾਂ ਕਿ ਮਹਾਂਪੁਰਖਾਂ ਦੀ ਸੰਗਤ ਕਰਕੇ ਅਤੇ ਨਿਤਨੇਮ ਸਿਮਰਨ ਕਰਕੇ ਤੈਨੂੰ ਲਾਲ ਪਾਸਿਆ ਕਿਉਂ? ਜੇ ਤੈਨੂੰ ਲਾਲ ਪਾਸਿਆ ਹੈ ਤਾਂ ਅਜੇ ਸਿੱਖੀ ਦੀ ਪੜ੍ਹਾਈ ਵਿੱਚੋਂ ਫੇਲ ਹੈ। ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਕਿਉਂਕਿ ਪਰਾਏ ਹੱਕ ਦੇ ਅਸੀਂ ਰਵਾਦਾਰ ਹੀ ਨਹੀਂ। ਹਾਂ ਤਾਂ ਸਾਨੂੰ ਪੱਥਰ ਕਿਉਂ ਨਾ ਪਾਸਿਆ? ਮੈਂ ਤਾਂ ਇਸ ਵਾਸਤੇ ਰੋਂਦਾ ਹਾਂ ਕਿ ਸੰਗਤ ਸਿਮਰਨ ਕਰਕੇ ਅਜੇ ਤੱਕ ਅਵਸਥਾ ਨਹੀਂ ਬਦਲੀ। ਇਹ ਗੱਲ ਸੁਣ ਕੇ ਰੰਗੂ ਵੀ ਰੋਣ ਲੱਗ ਗਿਆ। ਕਿ ਮੈਂ ਜੰਮਿਆ ਪਹਿਲੇ, ਖਾਧਾ ਪਹਿੰਦਾ, ਹੰਢਾਇਆ ਪਹਿਲੇ, ਪਰ ਅਵਸਥਾ ਮੇਰੇ ਨਾਲੋਂ ਵੀ ਤੇਰੀ ਅੱਗੇ ਹੈ। ਇਹ ਵਿਚਾਰ ਕਰਦੇ ਹੋਏ ਸ਼ਹਿਰ ਪਹੁੰਚੇ। ਉਸੇ ਰਸਤੇ ਤੋਂ ਦੋ ਸਾਧੂ ਆ ਰਹੇ ਹਨ। ਇੱਕ ਨੇ ਦੇਖਿਆ ਸੱਤ ਪਾਤਸ਼ਾਹੀ ਦਾ ਲਾਲ ਪਿਆ ਹੈ। ਦੂਜੇ ਨੇ ਕਿਹਾ, ਆਪਣੇ ਕੀ ਕੰਮ ਹੈ? ਪਹਿਲੇ ਨੇ ਕਿਹਾ, ਚਲੋ ਲੈ ਚੱਲਦੇ ਹਾਂ, ਕਿਸੇ ਗਰੀਬ ਨੂੰ ਦੇ ਦੇਵਾਂਗੇ। ਇਉਂ ਕਹਿ ਕੇ ਚੁੱਕ ਲਿਆ। ਸ਼ਹਿਰ ਵਿੱਚ ਰੰਗੂ ਮੰਗੂ ਨੂੰ ਗਰੀਬ ਜਾਣ ਕੇ ਸੱਦਿਆ ਤੇ ਕਿਹਾ, ਆਓ ਤੁਹਾਨੂੰ ਕੁਝ ਦਈਏ, ਬਹਿ ਕੇ ਪ੍ਰਸ਼ਾਦ ਛਕੋ, ਇਹ ਕਿਰਤ ਛੱਡ ਦਿਓ। ਅੱਗੋਂ ਰੰਗੂ ਮੰਗੂ ਨੇ ਝੋਲੀਆਂ ਕੀਤੀਆਂ। ਕਹਿਣ ਲੱਗੇ, ਧੰਨ ਭਾਗ ਅੱਜ ਮਹਾਂਪੁਰਖਾਂ ਦੇ ਦਰਸ਼ਨ ਹੋਏ ਹਨ, ਕੋਈ ਅਮੋਲਕ ਦਾਤ ਦੇਣਗੇ। ਇਸ ਵਿਚਾਰ ਅਨੁਸਾਰ ਕਿਹਾ, ਜੀ ਮਹਾਂਪੁਰਖੋ ਭਰ ਦਿਓ ਸਾਡੀਆਂ ਝੋਲੀਆਂ, ਜਨਮਾਂ ਜਨਮਾਂਤਰਾਂ ਦੀਆਂ ਭੁੱਖਾਂ ਮਿਟਾ ਦੇਵੋ। ਸੰਤਾਂ ਨੇ ਨਿਮਰਤਾ ਦੀ ਬੇਨਤੀ ਸੁਣ ਰੰਗੂ ਦੀ ਝੋਲੀ ਵਿੱਚ ਲਾਲ ਸਿੱਟਿਆ। ਰੰਗੂ ਨੇ ਲਾਲ ਨੂੰ ਦੇਖਦਿਆਂ ਸਾਰ ਝੋਲੀ ਦੇ ਕੰਢੇ ਛੱਡ ਦਿੱਤੇ। ਲਾਲ ਜ਼ਮੀਨ ਤੇ ਜਾ ਡਿੱਗਿਆ। ਰੰਗੂ ਨੇ ਕਿਹਾ, ਮਹਾਰਾਜ ਇਹ ਮਾਇਆ ਦੇ ਕੇ ਕਿਉਂ ਪਿੱਛਾ ਛੁਡਾਉਂਦੇ ਹੋ? ਇਹ ਤਾਂ ਅਸੀਂ ਰਸਤੇ ਵਿੱਚ ਛੱਡ ਆਏ ਹਾਂ। ਤੁਸੀਂ ਕੋਈ ਪਰਮਾਰਥ ਦਾ ਧਨ ਬਖਸ਼ੋ ਜਿਸ ਨਾਲ ਸਾਡਾ ਜੀਵਨ ਬਣ ਜਾਏ, ਮਨ ਸਿਮਰਨ ਵਿੱਚੋਂ ਉਥਾਨ ਹੀ ਨਾ ਹੋਵੇ। ਇਹ ਗੱਲ ਸੁਣ ਕੇ ਸੰਤ ਬੜੇ ਸ਼ਰਮਸਾਰ ਹੋਏ ਤੇ ਲਾਲ ਚੁੱਕ ਕੇ ਅਗਾਂਹ ਤੁਰ ਗਏ। ਨਾਲ ਦੇ ਸੰਤ ਨੇ ਕਿਹਾ, ਦੇਖੀ ਸਿੱਖਾਂ ਦੀ ਅਵਸਥਾ, ਸਾਡੇ ਨਾਲੋਂ ਤਾਂ ਇਹ ਸਿੱਖ ਚੰਗੇ ਹਨ ਜੋ ਗ੍ਰਸਥ ਮਾਰਗ ਵਿੱਚ ਰਹਿੰਦਿਆਂ ਤਿਆਗੀ ਹਨ। ਆ ਤੈਨੂੰ ਅਮੀਰ ਦਿਖਾਵਾਂ। ਇੰਨੇ ਚਿਰ 'ਚ ਇੱਕ ਅਮੀਰ ਨੌਜਵਾਨ ਬਣਿਆ ਠਣਿਆ ਘੋੜੀ ਤੇ ਚੜ੍ਹਿਆ, ਗਹਿਣਿਆਂ ਦੀ ਛਣਕਾਟ ਪੈਂਦੀ ਜਾ ਰਹੀ। ਇਸ ਵੱਲ ਤੱਕ ਕੇ ਸੰਤਾਂ ਨੇ ਕਿਹਾ, ਇਹ ਮਨ ਦਾ ਕੰਗਾਲ ਹੈ, ਲਾਲ ਇਸ ਨੂੰ ਦੇ ਦਿਓ। ਦੂਜੇ ਸੰਤਾਂ ਨੇ ਆਵਾਜ਼ ਮਾਰੀ, ਸੇਠ ਜੀ ਇੱਕ ਗੱਲ ਸੁਣੋ। ਸੇਠ ਨੇ ਸੁਣ ਕੇ ਘੋੜੀ ਨੂੰ ਅੱਡੀ ਮਾਰ ਕੇ ਤੇਜ਼ ਕੀਤਾ। ਸੇਠ ਨੇ ਆਵਾਜ਼ ਸੁਣ ਕੇ ਵਿਚਾਰਿਆ ਕਿ ਇਹ ਸਾਧ ਗਰੀਬ ਹਨ, ਕੋਈ ਰੋਟੀ ਪਾਣੀ ਦਾ ਸਵਾਲ ਹੀ ਪਾਣਗੇ। ਇਸ ਵਾਸਤੇ ਘੋੜੀ ਤੇਜ਼ ਕਰਨੀ ਚਾਹੀ। ਇੰਨੇ ਚਿਰ ਨੂੰ ਸੰਤਾਂ ਨੇ ਦੂਜੀ ਆਵਾਜ਼ ਦਿੱਤੀ ਤੇ ਕਿਹਾ, ਅਸੀਂ ਤੇਰੇ ਕੋਲੋਂ ਕੁਝ ਮੰਗਦੇ ਨਹੀਂ, ਤੈਨੂੰ ਤੇ ਦੇਵਾਂਗੇ। ਦੇਣ ਦਾ ਨਾਮ ਸੁਣ ਕੇ ਘੋੜੀ ਰੋਕ ਲਈ। ਸੰਤਾਂ ਨੇ ਕੀਮਤੀ ਲਾਲ ਇਸ ਦੇ ਹੱਥ ਫੜਾਇਆ ਤੇ ਕਿਹਾ, ਇਹ ਲਾਲ ਤੇਰੇ ਕੰਮ ਆ ਜਾਵੇਗਾ, ਸਾਡੇ ਕਿਸੇ ਕੰਮ ਨਹੀਂ ਹੈ।
ਲਾਲ ਨੂੰ ਹੱਥ ਵਿੱਚ ਲੈ ਕੇ ਬਹੁਤ ਖੁਸ਼ ਹੋਇਆ ਤੇ ਹੱਸ ਕੇ ਦੰਦ ਜਿਹੇ ਕੱਢ ਕੇ ਕਹਿਣ ਲੱਗਿਆ, ਹਾਂਜੀ ਸੰਤਾਂ ਦੇ ਇਹ ਪੱਥਰ ਕਿਹੜੇ ਕੰਮ ਹੈ। ਇੰਨਾ ਕਹਿ ਕੇ ਜਿਉਂ ਅੱਡੀ ਲਾਈ ਤੇ ਘੋੜੀ ਨੂੰ ਹਵਾ ਨਾਲ ਗੱਲਾਂ ਕਰਾਉਂਦਾ ਤਿੱਤਰ ਹੋਇਆ ਕਿ ਕਿਤੇ ਪਿੱਛੋਂ ਫਿਰ ਆਵਾਜ਼ ਨਾ ਮਾਰ ਲਵੇ। ਨਾਲ ਦੇ ਸਾਥੀ ਨੇ ਕਿਹਾ, ਦੇਖਿਆ ਸੰਤ ਜੀ, ਅਸਲ ਕੰਗਾਲ ਇਹ ਹੈ ਜਿਸ ਦੇ ਮਨ ਦੀ ਭੁੱਖ ਮਰਦੀ ਹੀ ਨਹੀਂ। ਸੱਤ ਪਾਤਸ਼ਾਹੀ ਦਾ ਲਾਲ ਲੈ ਕੇ ਘੋੜੀ ਨੂੰ ਦੜਾ ਕੇ ਲੈ ਗਿਆ, ਕਿਤੇ ਪਾਣੀ ਧਾਣੀ ਨਾ ਪਿਆਣਾ ਪੈ ਜਾਵੇ। ਇਸ ਨੂੰ ਹਜ਼ੂਰ ਨੇ ਕਿਹਾ ਹੈ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ। ਜਿਸ ਦੇ ਮਨ ਵਿੱਚ ਇੰਨਾ ਵੀ ਖਿਆਲ ਨਹੀਂ ਆਇਆ ਕਿ ਲੱਖਾਂ ਦਾ ਪਦਾਰਥ ਲੈ ਕੇ ਫੁੱਕਾ ਪਾਣੀ ਹੀ ਪਿਆਲ ਕੇ ਰਾਜੀ ਨਹੀਂ, ਉਸ ਦੇ ਮਨ ਵਿੱਚ ਭੁੱਖ ਦੀ ਅੱਗ ਕਿੰਨੀ ਬਲ ਰਹੀ ਹੈ। ਸੋ ਸਿੱਖ ਦਾ ਫਰਜ਼ ਹੈ, ਮੇਰੇ ਰਾਮ ਰਾਏ ਜਿਉ ਰੱਖਿਆ ਤਿਉ ਰਹੀ ਹੈ। ਭਾਵ ਨਿਰੰਕਾਰ ਨੇ ਜਦੋਂ ਦੇਣਾ ਹੈ ਕਿਰਤ ਕਮਾਈ ਵਿੱਚ ਵੀ ਬਰਕਤ ਪਾ ਦੇਣੀ ਹੈ। ਇਸ ਤਰ੍ਹਾਂ ਬਾਣੀ ਕੀਤੀ ਤੇ ਸਾਰੀ ਸੰਗਤ ਨੂੰ ਨਿਹਾਲ ਕੀਤਾ। ਹੁਣ ਸੰਤ ਬਾਬਾ ਨੰਦ ਸਿੰਘ ਜੀ ਨੇ ਪੰਡਤ ਸੰਪੂਰਨ ਸਿੰਘ ਜੀ ਨੂੰ ਕਿਹਾ, ਤੁਸੀਂ ਕੁਝ ਸੁਣਾਓ। ਅੱਗੋਂ 7 ਬਚਨ ਕਹਿ ਕੇ ਇਸ ਆਧਾਰ ਤੇ ਕਥਾ ਸ਼ੁਰੂ ਕੀਤੀ। ਅਨ ਮੜਿਆ ਮੰਦਲ ਬਾਜੈ, ਬਿਨ ਸਾਵਨ ਕਨਹਰ ਗਾਜੈ, ਬਾਦਲ ਬਿਨ ਬਰਖਾ ਹੋਈ, ਜੋ ਤਤ ਵਿਚਾਰੇ ਕੋਈ। ਇਹ ਸ਼ਬਦ ਦੀ ਵਿਚਾਰ ਕੀਤੀ। ਗੁਰੂ ਕੀ ਸਾਧ ਸੰਗਤ ਅਤੀ ਪੁੰਨਾ ਦਾ ਸੂਰਜ ਸਿਖਰ ਤੇ ਆਵੇ ਤਾਂ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਹਨ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਕਹ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੂਰਬ ਲਿਖ ਕੇ ਲਹਿਣਾ। ਭਾਵ ਜੀਵ ਦੇ ਜਦੋਂ ਪੁੰਨ ਜਾਗਦੇ ਹਨ ਤਾਂ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਂਦੇ ਹਨ। ਅਸੀਂ ਕੋਈ ਚਿੱਠੀ ਨਹੀਂ ਪਾਈ, ਕੋਈ ਸੁਨੇਹਾ ਨਹੀਂ ਦਿੱਤਾ, ਕੋਈ ਬੰਦਾ ਨਹੀਂ ਭੇਜਿਆ ਅਤੇ ਨਾ ਹੀ ਕੋਈ ਮਹਾਂਪੁਰਖਾਂ ਨੇ ਸਾਨੂੰ ਕੋਈ ਚਿੱਠੀ ਪੱਤਰ ਰਾਹੀਂ ਪਤਾ ਦਿੱਤਾ ਹੈ। ਪਿਛਲੇ ਪੁੰਨਾਂ ਦੀ ਗਤੀ ਤਾਂ ਬਾਬਾ ਜੀ ਜਾਣਨ, ਪਰ ਮੌਜੂਦਾ ਸਮੇਂ ਅਨੁਸਾਰ ਤਾਂ ਬਾਦਲ ਬਿਨ ਵਰਖਾ ਹੋਈ। ਭਾਵ ਸੁੱਕੇ ਅੰਬਰੀ ਮੋਹਲੇ ਧਾਰ ਅੰਮ੍ਰਿਤ ਰੂਪੀ ਬਾਰਿਸ਼ ਪੈ ਗਈ ਹੈ। ਇੰਨਾ ਸਮਾਂ ਅਸੀਂ ਕਲੇਰੀ ਜਾ ਕੇ ਵੀ ਨਹੀਂ ਪ੍ਰਾਪਤ ਕਰ ਸਕਦੇ ਜਿੰਨਾ ਮਹਾਂਪੁਰਖਾਂ ਨੇ ਸਾਨੂੰ ਇੱਥੇ ਨਿਵਾਜਿਆ ਹੈ। ਇੱਕ ਦਫਾ ਦੇਵਤਿਆਂ ਦਾ ਆਪਸ ਵਿੱਚ ਝਗੜਾ ਪੈ ਗਿਆ। ਇੱਕ ਕਹੇ ਮੈਂ ਵੱਡਾ, ਦੂਜਾ ਕਹੇ ਮੈਂ ਵੱਡਾ। ਇਸ ਝਗੜੇ ਦਾ ਫੈਸਲਾ ਕਰਨ ਵਾਸਤੇ ਭਗਵਾਨ ਵਿਸ਼ਨੂੰ ਜੀ ਪਾਸ ਮੁਕੱਦਮਾ ਪੇਸ਼ ਹੋਇਆ। ਸਾਰੀ ਵਾਰਤਾ ਭਗਵਾਨ ਵਿਸ਼ਨੂੰ ਦੇ ਅੱਗੇ ਰੱਖੀ। ਭਗਵਾਨ ਨੇ ਸਾਰਿਆਂ ਦੇ ਮਨਾਂ ਦੀ ਅਵਸਥਾ ਦੇਖ ਕੇ ਹੁਕਮ ਕੀਤਾ, ਭਾਈ ਜਿਹੜਾ ਦੇਵਤਾ ਸਾਰੀ ਧਰਤੀ ਦੀ ਪਰਿਕਰਮਾ ਕਰਕੇ ਪਹਿਲੇ ਮੇਰੇ ਪਾਸ ਪਹੁੰਚ ਜਾਵੇ, ਮੈਂ ਉਸ ਨੂੰ ਵੱਡਾ ਭਾਵ ਸਾਰੇ ਦੇਵਤਿਆਂ ਦਾ ਮੁਖੀ ਦੇਵਤਾ ਬਣਾ ਦੇਵਾਂਗਾ। ਅੱਗੋਂ ਸਾਰੇ ਦੇਵਤੇ ਕਹਿਣ ਲੱਗੇ, ਜੇ ਠੀਕ ਹੈ, ਅਸੀਂ ਹੁਣ ਧਰਤੀ ਦੀ ਪਰਿਕਰਮਾ ਕਰਕੇ ਤੁਹਾਡੇ ਪਾਸ ਪਹੁੰਚ ਜਾਂਦੇ ਹਾਂ। ਇਹ ਕਹਿ ਕੇ ਸਾਰੇ ਦੇਵਤੇ ਚੱਲੇ। ਕੋਈ ਬੈਲ ਦੀ ਸਵਾਰੀ ਤੇ ਹੈ, ਕੋਈ ਸ਼ੇਰ ਦੀ ਸਵਾਰੀ ਤੇ ਹੈ। ਜੋ ਜੋ ਕਿਸੇ ਪਾਸ ਸਵਾਰੀ ਸੀ ਉਸ ਪਰ ਲੱਗੇ ਧਰਤੀ ਦੀ ਪਰਿਕਰਮਾ ਕਰਨ। ਹੁਣ ਭਗਵਾਨ ਨੇ ਤੱਕਿਆ ਕਿ ਬਾਕੀ ਸਾਰੇ ਦੇਵਤੇ ਚਲੇ ਗਏ, ਪਰ ਇੱਕ ਗਣੇਸ਼ ਜੀ ਦਰਵਾਜ਼ੇ ਤੇ ਬੈਠੇ ਹਨ। ਇਹਨਾਂ ਨੂੰ ਤੱਕ ਕੇ ਭਗਵਾਨ ਨੇ ਪੁੱਛਿਆ, ਕਿਉਂ ਗਣੇਸ਼ ਜੀ ਤੁਸੀਂ ਨਹੀਂ ਗਏ? ਅੱਗਿਓਂ ਗਣੇਸ਼ ਨੇ ਕਿਹਾ, ਮਹਾਰਾਜ ਮੇਰੀ ਚੂਹੇ ਦੀ ਸਵਾਰੀ ਹੈ, ਮੈਂ ਪਹੁੰਚ ਹੀ ਨਹੀਂ ਸਕਦਾ, ਇਸ ਵਾਸਤੇ ਮੈਂ ਹਾਰਿਆ ਤੇ ਬਾਕੀ ਜਿੱਤੇ। ਜਦੋਂ ਗਣੇਸ਼ ਨੇ ਇਹ ਗੱਲ ਆਖੀ, ਭਗਵਾਨ ਗਣੇਸ਼ ਦੀ ਨਿਮਰਤਾ ਵੱਲ ਤੱਕ ਕੇ ਕਹਿਣ ਲੱਗੇ, ਉਹ ਗਣੇਸ਼ ਤੂੰ ਨਿਮਰਤਾ ਕੀਤੀ ਹੈ, ਇਸ ਵਾਸਤੇ ਤੈਨੂੰ ਰਾਹ ਦੱਸਦੇ ਹਾਂ। ਤੂੰ ਪਰਮਾਤਮਾ ਦਾ ਨਾਮ ਲਿਖ ਕੇ ਪਰਿਕਰਮਾ ਕਰ ਲੈ। ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਹੈ ਤੇ ਜੋ ਪਰਮਾਤਮਾ ਦੀ ਪਰਿਕਰਮਾ ਕਰਦਾ ਹੈ ਉਹ ਸਾਰੀ ਸ੍ਰਿਸ਼ਟੀ ਦੀ ਪਰਿਕਰਮਾ ਹੋ ਜਾਂਦੀ ਹੈ। ਜਿਵੇਂ ਮੁੱਢ ਨੂੰ ਪਾਣੀ ਦੇਣ ਨਾਲ ਸਾਰੇ ਪੱਤਿਆਂ ਵਿੱਚ ਚਲਾ ਜਾਂਦਾ ਹੈ, ਤਿਵੇਂ ਹੀ ਹੇ ਗਣੇਸ਼ ਤੂੰ ਪ੍ਰਭੂ ਦੀ ਪਰਿਕਰਮਾ ਕਰ ਲੈ। ਇਉਂ ਕਹਿ ਕੇ ਭਗਵਾਨ ਨੇ ਨਿਰੰਕਾਰ ਦਾ ਨਾਮ ਲਿਖ ਦਿੱਤਾ ਤੇ ਗਣੇਸ਼ ਨੇ ਪਰਿਕਰਮਾ ਕਰਕੇ ਭਗਵਾਨ ਨੂੰ ਮੱਥਾ ਟੇਕ ਕੇ ਮੂਹਰੇ ਬੈਠ ਗਿਆ। ਜੋ ਦੇਵਤੇ ਧਰਤੀ ਦੀ ਪਰਿਕਰਮਾ ਕਰ ਰਹੇ ਸੀ ਉਹ ਦੇਖ ਕੇ ਹੈਰਾਨ ਹੋਏ ਕਿ ਚੂਹੇ ਦੀਆਂ ਪੈੜਾਂ ਅੱਗੇ ਅੱਗੇ ਜਾ ਰਹੀਆਂ ਹਨ। ਜਿਸ ਵਕਤ ਸਾਰੇ ਪਰਿਕਰਮਾ ਕਰਕੇ ਭਗਵਾਨ ਪਾਸ ਪਹੁੰਚੇ ਤਾਂ ਮੂਹਰੇ ਗਣੇਸ਼ ਜੀ ਨੂੰ ਤੱਕ ਕੇ ਹੈਰਾਨ ਹੋਏ। ਹੁਣ ਭਗਵਾਨ ਨੇ ਪੁੱਛਿਆ, ਭਾਈ ਕੌਣ ਮੂਹਰੇ ਆਇਆ ਹੈ? ਤਾਂ ਸਾਰੇ ਦੇਵਤੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗੇ। ਆਖਰ ਇਹ ਕਹਿਣਾ ਹੀ ਪਿਆ, ਜੀ ਸਾਡੇ ਦੇਖਣ ਵਿੱਚ ਤਾਂ ਗਣੇਸ਼ ਜੀ ਨਹੀਂ ਆਏ, ਪਰ ਚੂਹੇ ਦੀਆਂ ਪੈੜਾਂ ਜ਼ਰੂਰ ਦੇਖੀਆਂ ਹਨ।
ਭਗਵਾਨ ਨੇ ਕਿਹਾ। ਫਿਰ ਗਣੇਸ਼ ਜੀ ਸਭ ਤੋਂ ਮੂਹਰੇ ਪਹੁੰਚੇ ਹਨ ਤਾਂ ਸਾਰਿਆਂ ਨੂੰ ਹਾਂ ਕਹਿਣਾ ਹੀ ਪਿਆ। ਹੁਣ ਗਣੇਸ਼ ਜੀ ਨੂੰ ਸਭ ਦੇਵਤਿਆਂ ਦਾ ਸ਼੍ਰੋਮਣੀ ਦੇਵਤਾ ਥਾਪ ਦਿੱਤਾ। ਜਦੋਂ ਵੀ ਸੰਸਾਰੀ ਜੀਵ ਦੁਕਾਨ, ਮਕਾਨ, ਕਾਰਖਾਨਾ ਵਗੈਰਾ ਸ਼ੁਰੂ ਕਰਦੇ ਹਨ ਤਾਂ ਪਹਿਲਾਂ ਗਣੇਸ਼ ਜੀ ਦੀ ਕੇਸਰ ਨਾਲ ਮੂਰਤੀ ਲਿਖ ਕੇ ਪੂਜਾ ਕਰਦੇ ਹਨ। ਤੇ ਭਾਵ ਹੈ ਜਿਵੇਂ ਗਣੇਸ਼ ਜੀ ਨਿਰੰਕਾਰ ਦੀ ਪਰਿਕਰਮਾ ਕਰਕੇ ਸਭ ਦੇਵਤਿਆਂ ਦੇ ਮੁਖੀ ਬਣ ਗਏ ਹਨ, ਤਿਵੇਂ ਹੀ ਬਾਬਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਹਿਰਦੇ ਵਿੱਚ ਵਸਾ ਕੇ ਗੁਰੂ ਨਾਨਕ ਦਾ ਰੂਪ ਹੀ ਬਣ ਗਏ। ਨਾਨਕ ਕਹਿਤ ਸੁਨਹਿਰੇ ਲੋਗਾ ਸੰਤ ਰਸਨ ਕੋ ਬਸਿਓ। ਤਿਵੇਂ ਹੀ ਅੱਜ ਬਾਬਾ ਜੀ ਨੇ ਕਿਰਪਾ ਕੀਤੀ ਤੇ ਦਰਸ਼ਨ ਦਿੱਤੇ। ਮਹਾਂਪੁਰਖਾਂ ਦੇ ਦਰਸ਼ਨ ਰੱਬ ਦੇ ਦਰਸ਼ਨ ਹੋਏ ਹਨ। ਪਿਆਰਿਓ, ਤੁਸੀਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਬਾਬਾ ਜੀ ਨੇ ਅਚਨਚੇਤ ਹੀ ਆ ਕੇ ਦਰਸ਼ਨ ਦਿੱਤੇ ਹਨ। ਇਸ ਤਰ੍ਹਾਂ ਹਜ਼ੂਰ ਦੀ ਉਪਮਾ ਕਰਕੇ ਦੀਵਾਨ ਦੀ ਸਮਾਪਤੀ ਕੀਤੀ। ਸੰਗਤ ਆਪੋ ਆਪਣੇ ਸਥਾਨਾਂ ਪਰ ਗਈ। ਬਾਬਾ ਜੀ ਵਾਸਤੇ ਇਕਾਂਤ ਜਗ੍ਹਾ ਪਰ ਆਸਣ ਕਰਾਇਆ। ਰਾਤ ਇੱਥੇ ਠਹਿਰੇ। ਅਗਲੇ ਦਿਨ ਊਨੇ ਸਾਹਿਬ ਦੀ ਤਿਆਰੀ ਕੀਤੀ। ਜਦੋਂ 6-7 ਮੀਲ ਊਨੇ ਦੀ ਸੜਕ 'ਤੇ ਚਲੇ ਗਏ, ਹਜ਼ੂਰ ਨੇ ਕਿਹਾ, ਕਿਰਪਾਲ ਸਿਆਂ ਮੋਟਰ ਰੋਕ ਦੇ। ਅੱਗੋਂ ਸਤ ਬਚਨ ਕਰ ਮੋਟਰ ਰੋਕ ਦਿੱਤੀ। ਹਜ਼ੂਰ ਨੇ ਕਿਹਾ, ਪਿੱਛੇ ਮੋੜ ਕੇ ਲੈ ਚੱਲ, ਅੱਗੇ ਜਾਣ ਦਾ ਅਜੇ ਸਮਾਂ ਨਹੀਂ ਹੈ। ਇਹ ਕਹਿ ਕੇ ਆਪ ਵਾਪਸ ਮੋੜ ਆਏ ਤੇ ਰਸਤੇ ਵਿੱਚ ਛੱਜੂ ਦੀ ਸਰਾਂ ਵਿੱਚ ਆ ਕੇ ਜਗ੍ਹਾ ਪਸੰਦ ਕੀਤੀ। ਇੱਥੇ 15 ਕੁ ਦਿਨ ਠਹਿਰੇ। ਦੂਸਰੇ ਦਿਨ ਸਰਦਾਰ ਸਰਮੁਖ ਸਿੰਘ ਜਲੰਧਰ ਤੋਂ ਵੀ ਆ ਪੁੱਜੇ। ਹਜ਼ੂਰ ਨੇ ਸਰਦਾਰ ਸੰਪੂਰਨ ਸਿੰਘ, ਭਾਈ ਸੁਲੱਖਣ ਸਿੰਘ ਅਤੇ ਕਿਰਪਾਲ ਸਿੰਘ ਚੌਹਾਂ ਨੂੰ ਮੁਖਾਤਿਬ ਕਰਕੇ ਕਿਹਾ, ਸਾਡਾ ਪਤਾ ਕਿਸੇ ਨੇ ਨਹੀਂ ਦੇਣਾ। ਅਸੀਂ ਕੁਝ ਦਿਨ ਇੱਥੇ ਠਹਿਰਨਾ ਹੈ। ਜੇ ਅਸੀਂ ਤੁਹਾਡੇ ਕੋਲ ਹੀ ਖੜੇ ਹੋਈਏ ਤਦ ਵੀ ਇਹ ਨਹੀਂ ਕਹਿਣਾ ਕਿ ਉਹ ਸੰਤ ਖੜੋਤੇ ਹਨ। ਇਉਂ ਚੰਗੀ ਤਰ੍ਹਾਂ ਪੱਕਿਆ ਕੀਤਾ। ਪਰ ਸੂਰਜ ਤੇ ਚਾਦਰ ਪਾਏ ਤੇ ਸੂਰਜ ਲੁਕ ਥੋੜ੍ਹਾ ਜਾਂਦਾ ਹੈ। ਜਾਂ ਕੋਈ ਆਖੇ ਕਿ ਸੂਰਜ ਨੂੰ ਕਮਰੇ ਵਿੱਚ ਬੰਦ ਕਰ ਦਈਏ, ਕਿਸੇ ਨੂੰ ਨਾ ਪਤਾ ਲੱਗੇ। ਰਤਨ ਲੁਕੋਇਆ ਲੁਕੇ ਨਹੀਂ, ਜੇ ਕੋ ਰੱਖੈ ਲੁਕਾਏ। ਇਹ ਠੀਕ ਹੈ ਕਿ ਬਾਬਾ ਜੀ ਚਾਹੁੰਦੇ ਹਨ ਕਿ ਅਸੀਂ ਸੰਸਾਰ ਤੋਂ ਲੁਕ ਕੇ ਦਿਨ ਕੱਟੀਏ, ਪਰ ਨਿਰੰਕਾਰ ਚਾਹੁੰਦਾ ਹੈ ਜਿਵੇਂ ਬੀਜ ਤੋਂ ਅਨੇਕ ਹੀ ਬੀਜ ਬਣਦੇ ਹਨ, ਤਿਵੇਂ ਹੀ ਬੀਜ ਮਾਤਰ ਤਾਂ ਨਿਰੰਕਾਰ ਪਹਿਲੇ ਵੀ ਸੀ, ਪਰ ਹੁਣ ਬੀਜ ਤੋਂ ਸਰੀਰ ਫਲ ਬਣਿਆ। ਇਹ ਕਿਵੇਂ ਲੁਕੇਗਾ? ਬੀਜ ਤਾਂ ਧਰਤੀ ਵਿੱਚ ਲੁਕਿਆ ਹੀ ਫਲੀਭੂਤ ਹੁੰਦਾ ਹੈ, ਪਰ ਜੋ ਫਲ ਸਿਖਰ ਤੇ ਲੱਗਾ ਹੈ ਉਸ ਫਲ ਨੂੰ ਕੌਣ ਲੁਕੋ ਸਕਦਾ ਹੈ? ਪਰ ਇਹ ਵੀ ਕੋਈ ਬਾਬਾ ਜੀ ਦਾ ਖਾਸ ਕਾਰਨ ਹੈ। ਸੋ ਅੱਜ ਬਾਬਾ ਜੀ ਨੇ ਸਰਮੁਖ ਸਿੰਘ ਨੂੰ ਵੱਖਰਾ ਬੁਲਾ ਕੇ ਕਿਹਾ ਕਿ ਮੁਲਤਾਨ ਸਰਦਾਰ ਹੀਰਾ ਸਿੰਘ ਡਿਪਟੀ ਕਲੈਕਟਰ ਨੂੰ ਤਾਰ ਪਾ ਦੇ ਕਿ ਮਿਹਰ ਸਿੰਘ ਤੇ ਜਸਵੰਤ ਸਿੰਘ ਨੂੰ ਜਲਦੀ ਸਾਡੇ ਪਾਸ ਭੇਜ ਦਿਓ। ਤੂੰ ਜਗਰਾਵੀਂ ਚਲਾ ਜਾ। ਨਿਹਾਲ ਸਿੰਘ ਤੇ ਗੁਰਦਿਆਲ ਸਿੰਘ ਨੂੰ ਕਲੇਰਾਂ ਤੋਂ ਲੈ ਕੇ ਆ, ਪਰ ਇਹ ਖਿਆਲ ਰੱਖਣਾ ਕਿਸੇ ਨੂੰ ਸਾਡਾ ਭੇਤ ਨਾ ਆਵੇ। ਅੱਗੋਂ ਸਤ ਬਚਨ ਕਰ ਸਰਮੁਖ ਸਿੰਘ ਨੇ ਮੁਲਤਾਨ ਤਾਰ ਪਾ ਦਿੱਤੀ ਤੇ ਆਪ ਜਗਰਾਵੀਂ ਪਹੁੰਚ ਗਿਆ। ਸ਼ੇਰ ਸਿੰਘ ਸਾਈ ਕਲਾਂ ਵਾਲੇ ਨੂੰ ਮਿਲਿਆ ਤੇ ਕਿਹਾ, ਕਲੇਰਾਂ ਤੋਂ ਨਿਹਾਲ ਸਿੰਘ ਤੇ ਗੁਰਦਿਆਲ ਸਿੰਘ ਨੂੰ ਬੁਲਾ ਕੇ ਲੈ ਆ। ਸ਼ੇਰ ਨੇ ਬਥੇਰਾ ਯਤਨ ਕੀਤਾ ਕਿ ਕੀ ਕਾਰਨ ਹੈ, ਕਿੱਥੇ ਜਾਣਾ ਹੈ, ਜਾਂ ਕੀ ਕਹਿ ਕੇ ਇਹਨਾਂ ਨੂੰ ਲਿਆਉਣਾ ਹੈ, ਪਰ ਸਰਮੁਖ ਸਿੰਘ ਨੇ ਕੋਈ ਰਾਹ ਨਾ ਦਿੱਤਾ, ਕਿਉਂਕਿ ਵਕੀਲ ਸੀ। ਉਸਨੇ ਗੱਲਾਂ ਹੀ ਐਸੇ ਤਰੀਕੇ ਨਾਲ ਕੀਤੀਆਂ ਜਿਸ ਕਰਕੇ ਪਤਾ ਨਾ ਲੱਗੇ। ਪਰ ਸ਼ੇਰ ਸਿੰਘ ਵੀ ਪੁਰਾਣਾ ਸੀ। ਉਹ ਵੀ ਸਮਝ ਗਿਆ ਕਿ ਇੱਥੇ ਨਾਨਕਸਰ ਹਾਹਾਕਾਰ ਮੱਚੀ ਹੋਈ ਹੈ। ਅੱਜ 4 ਦਿਨ ਹੋਏ ਹਨ ਬਾਬਾ ਜੀ ਸੈਰ ਕਰਨ ਦੇ ਬਹਾਨੇ ਕਿਤੇ ਚਲੇ ਗਏ ਹਨ। ਸਾਰੇ ਪਾਸਿਓਂ ਤਾਰਾਂ ਦੇ ਕੇ ਪਤਾ ਕਰ ਰਹੇ ਹਨ। ਪਤਾ ਕਿਤੋਂ ਨਹੀਂ ਲੱਗਿਆ, ਪਰ ਪਤਾ ਲੈਣ ਵਾਲੇ ਛੱਡਦੇ ਹਨ, ਕਿਉਂਕਿ ਬਾਬਾ ਜੀ ਨੂੰ ਕੀਰਤਨ ਦਾ ਨਸ਼ਾ ਸੁਰਜੀਵਨੀ ਬੂਟੀ ਨਾਲੋਂ ਵੀ ਜ਼ਿਆਦਾ ਸੀ। ਅਜੇ ਸੇਵਕ ਤਾਂ ਸੁਆਮੀ ਬਿਨਾਂ ਦਿਨ ਕੱਟ ਜਾਏਗਾ, ਕਿਉਂਕਿ ਅਭੇਦ ਅਵਸਥਾ ਦੀ ਪ੍ਰਾਪਤੀ ਨਹੀਂ ਹੋਈ। ਪਰ ਜਿਸ ਨੂੰ ਕੀਰਤਨ ਦਾ ਨਸ਼ਾ ਟੁੱਟ ਜਾਏ, ਕਿਉਂਕਿ ਕੀਰਤਨ ਦੀ ਸਵਾਰੀ ਕਰਕੇ ਨਿਰੰਕਾਰ ਨਾਲ ਅਭੇਦ ਹੋਇਆ ਕਰਦੇ ਸਨ, ਉਹ ਕੀਰਤਨ ਤੋਂ ਬਿਨਾਂ ਕਿਵੇਂ ਦਿਨ ਕੱਟ ਸਕਦੇ ਹਨ? ਅਜੇ ਸੇਵਕ ਤਾਂ ਬਾਬਾ ਜੀ ਨੂੰ ਲੱਭਣ ਨਹੀਂ ਚੜੇ ਤੇ ਬਾਬਾ ਜੀ ਨੂੰ ਕੀਰਤਨੀਆਂ ਤੋਂ ਬਿਨਾਂ 2 ਦਿਨ ਵੀ ਕੱਟਣੇ ਔਖੇ ਹੋ ਗਏ। ਚਾਹੇ ਚੋਰੀ ਮੰਗਵਾਏ ਤੇ ਚਾਹੇ ਪ੍ਰਤੱਖ ਮੰਗਵਾਏ, ਪਰ ਕੀਰਤਨ ਬਿਨਾਂ ਸਾਰਿਆ ਤਾਂ ਨਹੀਂ। ਤੇ ਜਿੱਥੇ ਕੀਰਤਨ ਹੋਵੇਗਾ, ਜੋੜੀ ਵੱਜੇਗੀ, ਉੱਥੇ ਕਿਸ ਤਰ੍ਹਾਂ ਲੁਕੇ ਰਹਿ ਜਾਣਗੇ।
ਜੋ ਗੁਰੂ ਨਾਨਕ ਦੀ ਖੁਰਾਕ ਕੀਰਤਨ ਹੈ ਤੇ ਗੁਰੂ ਨਾਨਕ ਨੇ ਕਿਤਨੇ ਮਰਦਾਨੇ ਪਾਸੋਂ ਨਿਹੇਰੇ ਚੱਲੇ, ਪਰ ਤੋੜ ਕੇ ਤਾਂ ਨਹੀਂ ਸਿੱਟਿਆ। ਜਾਂਦਾ ਹੈ ਤਾਂ ਜਾ। ਜਦੋਂ ਵੀ ਮਰਦਾਨੇ ਨੂੰ ਭੁੱਖ ਲੱਗੀ, ਚਾਹੇ ਅੱਕਾਂ ਨੂੰ ਅੰਬ ਲਾਏ ਤੇ ਚਾਹੇ ਰੀਠੇ ਮਿੱਠੇ ਕੀਤੇ, ਚਾਹੇ ਕਿੱਕਰਾਂ ਤੋਂ ਮਠਿਆਈਆਂ ਚੜਵਾਈਆਂ, ਕਿਤੋਂ ਨਾ ਕਿਤੋਂ ਮਰਦਾਨੇ ਦੀ ਭੁੱਖ ਦੂਰ ਕੀਤੀ ਹੈ ਨਾ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਪਾਸ ਜਾਣ ਲੱਗੇ ਤਾਂ ਮਰਦਾਨੇ ਨੂੰ ਕਿਹਾ, ਤੂੰ ਧਰੂ ਪਾਸ ਠਹਿਰ ਜਾ, ਅਸੀਂ ਨਿਰੰਕਾਰ ਪਾਸੋਂ ਹੋ ਕੇ ਆਉਂਦੇ ਹਾਂ, ਮੁੜਦੇ ਹੋਏ ਤੈਨੂੰ ਨਾਲ ਲੈ ਚੱਲਾਂਗੇ। ਇਹ ਸੁਣ ਕੇ ਮਰਦਾਨਾ ਰੁੱਸ ਬੈਠਾ ਤੇ ਕਹਿਣ ਲੱਗਿਆ, ਬਾਬਾ ਤੂੰ ਚੰਗੀ ਮੇਰੇ ਨਾਲ ਪਰਦੇਸ ਵਿੱਚ ਕੀਤੀ। ਜੇ ਸੱਜਣ ਠੱਗ ਪਾਸ ਗਏ ਹੋ ਤਾਂ ਮਰਦਾਨੇ ਨੂੰ ਨਾਲ ਲੈ ਕੇ, ਜੇ ਕੋਡੇ ਰਾਖਸ਼ ਪਾਸ ਤਾਂ ਵੀ ਮਰਦਾਨੇ ਨੂੰ ਤੇਲ ਵਿੱਚ ਸਿੱਟਿਆ, ਜੇ ਮੀਂਡਾ ਬਣਾਇਆ ਤਾਂ ਮਰਦਾਨੇ ਨੂੰ, ਤੇ ਨਿਰੰਕਾਰ ਪਾਸ ਜਾਣ ਲੱਗੇ ਹੋ ਤਾਂ ਮਰਦਾਨੇ ਨੂੰ ਕਹਿੰਦੇ ਹੋ ਤੂੰ ਧਰੂ ਪਾਸ ਠਹਿਰ ਜਾ। ਬਾਬਾ ਇਹ ਤੂੰ ਚੰਗੀ ਗੱਲ ਨਹੀਂ ਕਰਨ ਲੱਗਿਆ। ਇਹ ਮਰਦਾਨੇ ਦੇ ਤਾਨੇ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਮਰਦਾਨਿਆਂ ਤੇਰੀ ਮਰਜ਼ੀ ਹੈ, ਜੇ ਤੂੰ ਕਹਿੰਦਾ ਹੈ ਤਾਂ ਤੈਨੂੰ ਨਾਲ ਲੈ ਕੇ ਚੱਲਦਾ ਹਾਂ, ਪਰ ਇੱਕ ਸ਼ਰਤ ਹੈ। ਅਸੀਂ ਤੈਨੂੰ ਨਿਰੰਕਾਰ ਪਾਸ ਲੈ ਗਏ ਤੇ ਨਿਰੰਕਾਰ ਨੇ ਕਿਹਾ ਕੀਰਤਨ ਸੁਣਾ, ਤੂੰ ਕੀਰਤਨ ਸੁਣਾਇਆ ਤੇ ਨਿਰੰਕਾਰ ਨੂੰ ਪਸੰਦ ਆ ਗਿਆ ਤੇ ਨਿਰੰਕਾਰ ਨੇ ਸਾਨੂੰ ਕਿਹਾ ਮਰਦਾਨੇ ਨੂੰ ਇੱਥੇ ਛੱਡ ਜਾਓ। ਫਿਰ ਅਸੀਂ 7 ਬਚਨ ਕਹਿਣਾ ਹੈ, ਅਸੀਂ ਜਵਾਬ ਨਹੀਂ ਦੇਣਾ। ਜੇ ਤੂੰ ਨਿਰੰਕਾਰ ਪਾਸ ਰਹਿ ਸਕਦਾ ਹੈ ਤਾਂ ਚੱਲ, ਤੇ ਜੇ ਤੂੰ ਫਿਰ ਮਿਰਾਸਨ ਨੂੰ ਤੇ ਬੱਚਿਆਂ ਨੂੰ ਯਾਦ ਕਰ ਕਰ ਝੁਰਨਾ ਹੈ ਤਾਂ ਹੁਣੇ ਨਾਲ ਜਾਣ ਤੋਂ ਇਨਕਾਰੀ ਕਰ ਦੇ। ਜਿਵੇਂ ਤੇਰਾ ਚਿੱਤ ਮੰਨਦਾ ਹੈ ਕਰ ਲੈ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਗੱਲ ਸੁਣ ਕੇ ਮਰਦਾਨੇ ਨੇ ਢਿੱਲਾ ਜਿਹਾ ਮੂੰਹ ਕਰਕੇ ਕਹਿ ਦਿੱਤਾ, ਜਿਵੇਂ ਤੁਹਾਡੀ ਰਜ਼ਾ ਹੈ ਜੀ ਉਵੇਂ ਕਰੋ, ਫਿਰ ਤੁਸੀਂ ਇਕੱਲੇ ਹੀ ਹੋ ਆਓ, ਮੈਂ ਇੱਥੋਂ ਤੁਹਾਡੇ ਨਾਲ ਮੁੜ ਚੱਲਾਂਗਾ। ਤੋਂ ਭਾਵ ਕਿ ਗੁਰੂ ਨਾਨਕ ਵੀ ਕੀਰਤਨ ਤੋਂ ਬਿਨਾਂ ਨਹੀਂ ਸੀ ਰਹਿ ਸਕਦੇ ਤੇ ਬਾਬਾ ਜੀ ਵੀ ਕੀਰਤਨ ਤੋਂ ਬਿਨਾਂ ਨਹੀਂ ਰਹਿ ਸਕਦੇ। ਚਾਹੇ ਕਿਤਨਾ ਹੀ ਵੀ ਲੁਕਣ ਦਾ ਯਤਨ ਕੀਤਾ ਹੈ, ਜਿੰਨਾ ਚਿਰ ਰਾਗੀ ਨਾਲ ਨਹੀਂ ਰੱਖੇ ਪਤਾ ਨਹੀਂ ਕਿਵੇਂ ਗੁਜ਼ਾਰਾ ਕਰਦੇ ਰਹੇ ਹਨ, ਪਰ ਜਦੋਂ ਤੋਂ ਰਾਗੀ ਨਾਲ ਰੱਖਣੇ ਸ਼ੁਰੂ ਕੀਤੇ ਹਨ, ਕਿਤੇ ਇਹ ਮਿਸਾਲ ਨਹੀਂ ਮਿਲਦੀ ਕਿ ਬਾਬਾ ਜੀ ਨੇ ਕੀਰਤਨ ਤੋਂ ਬਿਨਾਂ ਗੁਜ਼ਾਰਾ ਕੀਤਾ ਹੋਵੇ। ਕੀਰਤਨ ਦੇ ਕਾਰਨ ਹੀ ਗੁਰਦੁਆਰੇ ਪੁੱਛੇ ਤੇ ਕੀਰਤਨ ਦੇ ਕਾਰਨ ਹੀ ਸੰਤ ਜਵਾਲਾ ਸਿੰਘ ਜੀ ਪਾਸ ਠਹਿਰੇ। ਮਾੜਾ ਚੰਗਾ ਜਿਹੋ ਜਿਹਾ ਵੀ ਸੁਣਿਆ, ਪਰ ਕੀਰਤਨ ਬਿਨਾਂ ਗੁਜ਼ਾਰਾ ਤਾਂ ਨਹੀਂ ਨਾ ਹੋ ਸਕਿਆ। ਇੱਥੋਂ ਤੱਕ ਵੀ ਬਾਬਾ ਜੀ ਕੀਰਤਨ ਦੇ ਆਸ਼ਿਕ ਸਨ। ਇੱਕ ਦਫਾ ਸੰਤ ਸੁਜਾਨ ਸਿੰਘ ਜੀ ਨੂੰ ਰੱਖਣ ਵਾਸਤੇ ਬੜਾ ਯਤਨ ਕੀਤਾ ਤੇ ਸੰਤ ਜੀ ਨੇ ਵੀ ਹੱਠ ਵਾਲੀ ਕਸਰ ਨਹੀਂ ਛੱਡੀ ਤੇ ਕਿਹਾ, ਮੈਂ ਕਿਸ ਤਰ੍ਹਾਂ ਵੀ ਠਹਿਰਨ ਨੂੰ ਤਿਆਰ ਨਹੀਂ। ਆਖਰ ਬਾਬਾ ਜੀ ਨੇ ਕਿਹਾ, ਚੰਗਾ ਫਿਰ ਇਉਂ ਕਰ, ਇੱਥੋਂ ਪੈਸੇ ਲੈ ਜਾ ਤੇ ਬਾਜ਼ਾਰ ਜਾ ਕੇ ਵੇਸਵਾਗਾਮੀ ਹੋਆ, ਇਹ ਪਾਪ ਵੀ ਅਸੀਂ ਝੱਲ ਲਵਾਂਗੇ, ਪਰ ਤੂੰ ਜਾ ਨਾ। ਇਹ ਕਹਿ ਕੇ ਕਵੀ ਜੀ ਨੂੰ ਇਸ਼ਾਰਾ ਕੀਤਾ, ਬਾਹਰ ਆ ਕੇ ਪੈਸੇ ਦੇ ਦਿਓ, ਬਾਜ਼ਾਰ ਹੋ ਆਓ। ਕਵੀ ਜੀ ਨੇ ਬਾਹਰ ਆ ਕੇ ਯਤਨ ਕੀਤਾ, ਪਰ ਸੰਤਾਂ ਨੇ ਸ਼ਰਮ ਮੰਨ ਕੇ ਨਾ ਪੈਸੇ ਲਏ ਤੇ ਨਾ ਵੇਸਵਾ ਪਾਸ ਗਏ ਤੇ ਨਾ ਹੀ ਬਾਬਾ ਜੀ ਪਾਸ ਰਹਿਣਾ ਕੀਤਾ, ਆਖਰ ਘਰ ਹੀ ਚਲੇ ਗਏ। ਤਿਵੇਂ ਹੀ ਬਾਬਾ ਜੀ ਇਤਨਾ ਕੀਰਤਨ ਨਾਲ ਪਿਆਰ ਕਰਦੇ ਸਨ, ਕੀਰਤਨ ਦੇ ਬਦਲੇ ਨਰਕਾਂ ਦਾ ਭਾਰ ਵੀ ਚੱਲਣ ਨੂੰ ਤਿਆਰ ਹੋ ਜਾਂਦੇ ਸਨ। ਚਾਹੇ ਕਿੰਨੀ ਵੀ ਤਾੜਨਾ ਕਰਦੇ ਸਨ, ਕੀਰਤਨੀਆਂ ਨੂੰ ਦੂਰ ਕਰਕੇ ਰਾਜੀ ਨਹੀਂ ਸਨ। ਫਿਰ ਦੇਖੋ ਭਾਈ ਸੰਤਾ ਸਿੰਘ ਜੀ ਹੈੱਡ ਹਜ਼ੂਰੀ ਰਾਗੀ, ਬਾਬਾ ਜੀ ਦੇ ਸਰੀਰ ਤਿਆਗਣ ਤੋਂ 10 ਸਾਲ ਪਹਿਲੇ ਸਰੀਰ ਛੱਡ ਗਏ ਸੀ, ਪਰ ਕੀਰਤਨ ਦੇ ਪਿਆਰ ਦੇ ਸਦਕੇ ਮੁੜ ਕੇ ਜਿਉਂਦਾ ਕਰ ਲਿਆ। 10-11 ਸਾਲ ਫਿਰ ਕੀਰਤਨ ਸੁਣਦੇ ਰਹੇ ਤੇ ਜਦੋਂ ਆਪ 13 ਭਾਦਰੋਂ ਨੂੰ ਸਰੀਰ ਛੱਡਿਆ ਤਾਂ ਆਪਣੇ ਨਾਲ ਹੀ 26 ਭਾਦਰੋਂ ਨੂੰ ਦਰਗਾਹ ਵਿੱਚ ਬੁਲਾ ਲਿਆ, ਭਾਵ ਸੰਤਾ ਸਿੰਘ ਨੇ ਸਰੀਰ ਛੱਡ ਦਿੱਤਾ। ਤੋ ਅੱਜ ਵੀ ਬਾਬਾ ਜੀ ਨੇ ਸਰਦਾਰ ਸਰਮੁਖ ਸਿੰਘ ਨੂੰ ਕੀਰਤਨੀਏ ਲੈਣ ਵਾਸਤੇ ਭੇਜਿਆ। ਹੁਣ ਸਰਦਾਰ ਸਰਮੁਖ ਸਿੰਘ ਨੇ ਸ਼ੇਰ ਸਿੰਘ ਮਿਸਤਰੀ ਨੂੰ ਕਲੇਰੀ ਭੇਜਿਆ। ਇੱਥੋਂ ਪਤਾ ਲੱਗਿਆ ਕਿ ਗੁਰਦਿਆਲ ਸਿੰਘ ਮੋਗੇ ਅੱਖ ਦਾ ਆਪਰੇਸ਼ਨ ਕਰਾਉਣ ਗਿਆ ਹੈ। ਸ਼ੇਰ ਸਿੰਘ ਨੇ ਨਿਹਾਲ ਸਿੰਘ ਨੂੰ ਜਗਰਾਵੀ ਭੇਜ ਦਿੱਤਾ ਤੇ ਆਪ ਮੋਗੇ ਤੋਂ ਭਾਈ ਗੁਰਦਿਆਲ ਸਿੰਘ ਨੂੰ ਡਾਕਟਰ ਪਾਸੋਂ ਛੁੱਟੀ ਲੈ ਕੇ ਨਾਲ ਲੈ ਆਇਆ। ਜਗਰਾਵਾਂ ਤੋਂ ਸਾਜਾਂ ਸਮੇਤ ਸਰਮੁਖ ਸਿੰਘ ਨਾਲ ਲੈ ਕੇ ਹੁਸ਼ਿਆਰਪੁਰ ਬਾਬਾ ਜੀ ਪਾਸ ਪਹੁੰਚਿਆ। ਸ਼ੇਰ ਸਿੰਘ ਨੂੰ ਸਰਮੁਖ ਸਿੰਘ ਨੇ ਬੜਾ ਟਾਲ ਮਟੋਲਾ ਕੀਤਾ, ਪਰ ਸ਼ੇਰ ਸਿੰਘ ਨੇ ਇੱਛਾ ਪਿੱਛਾ ਨਾ ਛੱਡਿਆ। ਛੱਜੂ ਦੀ ਸਰਾਂ ਪਹੁੰਚੇ। ਹੁਣ ਸ਼ੇਰ ਸਿੰਘ ਨੂੰ ਪੂਰਾ ਪਤਾ ਲੱਗ ਗਿਆ ਕਿ ਬਾਬਾ ਜੀ ਇੱਥੇ ਹਨ।
ਹੁਣ ਸੋਚਿਆ ਕਿ ਬਾਬਾ ਜੀ ਦੇ ਸਾਹਮਣੇ ਕਿਸ ਤਰ੍ਹਾਂ ਜਾਵਾਂ। ਇਹ ਵਿਚਾਰ ਕਰਕੇ ਇਸ ਤਰ੍ਹਾਂ ਦੀ ਵਿਧ ਬਣਾਈ, ਇੱਕ ਗੈਸ ਦਾ ਪ੍ਰਬੰਧ ਕੀਤਾ। ਰਹਿ ਰਾਸ ਦੇ ਟਾਈਮ ਗੈਸ ਜਗਾ ਕੇ ਦੀਵਾਨ ਵਿੱਚ ਲੈ ਗਿਆ, ਮੱਥਾ ਟੇਕ ਗੈਸ ਦਰਵਾਜ਼ੇ ਵਿੱਚ ਟੰਗ ਦਿੱਤਾ। ਇੱਧਰੋਂ ਮੁਲਤਾਨ ਤੋਂ ਵੀ ਭਾਈ ਮੇਹਰ ਸਿੰਘ, ਜਸਵੰਤ ਸਿੰਘ ਪਹੁੰਚ ਗਏ ਸੀ। ਹੁਣ ਚੌਹਾਂ ਨੇ ਰਲ ਕੇ ਕੀਰਤਨ ਕੀਤਾ। ਕੀਰਤਨ ਤੋਂ ਬਾਅਦ ਬਾਬਾ ਜੀ ਨੇ ਅੰਦਰ ਆਪਣੇ ਪਾਸ ਬੁਲਾਇਆ, ਸਾਰਾ ਸਮਾਚਾਰ ਪੁੱਛਿਆ। ਗੁਰਦਿਆਲ ਸਿੰਘ ਨੇ ਬੇਨਤੀ ਕੀਤੀ, ਪਾਤਸ਼ਾਹ, ਅੱਖ ਵਿੱਚ ਫੋਲਾ ਹੋ ਗਿਆ ਸੀਗਾ, ਡਾਕਟਰ ਪਾਸ ਦਿਖਾਈ ਸੀ। ਉਸਨੇ ਕਿਹਾ ਕਿ ਆਪਰੇਸ਼ਨ ਤਾਂ ਕਰ ਦੇਵਾਂਗੇ, ਪਰ ਅੱਖ ਮਾਰੀ ਜਾਣ ਦਾ ਖਤਰਾ ਹੈ। ਮੈਂ ਤਾਂ ਆਪਰੇਸ਼ਨ ਕਰਵਾਉਣ ਨੂੰ ਤਿਆਰ ਹੋ ਗਿਆ ਸੀ। ਆਪ ਜੀ ਦਾ ਸੁਨੇਹਾ ਪਹੁੰਚਣ 'ਤੇ ਇੱਥੇ ਆ ਗਿਆ। ਹਜੂਰ ਨੇ ਕਿਹਾ, ਕੋਈ ਲੋੜ ਨਹੀਂ ਆਪਰੇਸ਼ਨ ਕਰਾਉਣ ਦੀ, ਗੁਜ਼ਾਰੇ ਜੋਗੀ ਨਿਗਾਹ ਆਪੇ ਹੋ ਜਾਵੇਗੀ। ਅੱਗੋਂ ਗੁਰਦਿਆਲ ਸਿੰਘ ਨੇ ਸਤ ਬਚਨ ਕਿਹਾ, ਸੋ ਹੁਣ ਤੱਕ ਨਿਗਾਹ ਗੁਜ਼ਾਰੇ ਜੋਗੀ ਠੀਕ ਹੈ। ਹੁਣ ਇੱਥੇ ਬਾਬਾ ਜੀ ਦੇ ਚਰਨਾਂ ਵਿੱਚ 2 ਵੇਲੇ ਕੀਰਤਨ ਕਰਦੇ ਰਹੇ। ਸੇਠ ਛੱਜੂ ਰਾਮ ਨੂੰ ਵੀ ਪਤਾ ਲੱਗਿਆ ਕਿ ਕੋਈ ਮਹਾਂਪੁਰਖ ਮੇਰੀ ਸਰਾਂ ਵਿੱਚ ਆਏ ਹਨ। ਇਹ ਵੀ ਚੱਲ ਕੇ ਆਇਆ। ਦਰਸ਼ਨ ਕੀਤੇ, ਤਨ ਮਨ ਠੰਡਾ ਠਾਰ ਹੋਇਆ। 1-2 ਦਿਨ ਆਉਂਦਾ ਰਿਹਾ। ਇੱਕ ਦਿਨ ਹਜ਼ੂਰ ਨੇ ਟਾਈਮ ਦਿੱਤਾ। ਹੁਣ ਤਾਂ ਹੱਥ ਜੋੜ ਬੇਨਤੀ ਕਰਨ ਲੱਗਿਆ, ਜੀ ਇਹ ਸਰਾਂ ਆਪ ਜੀ ਦੀ ਹੈ, ਹੁਕਮ ਕਰੋ ਰਜਿਸਟਰੀ ਕਰਾ ਦੇਵਾਂ। ਹਜ਼ੂਰ ਨੇ ਕਿਹਾ, ਛੱਜੂ ਰਾਮਾ, ਅਸੀਂ 2 ਦਿਨ ਇੱਥੇ ਕੱਟਣੇ ਹਨ, ਸਾਨੂੰ ਫਕੀਰਾਂ ਨੂੰ ਕੀ ਲੋੜ ਹੈ ਨਾਮ ਕਰਾਉਣ ਦੀ। ਹਜ਼ੂਰ ਨੇ ਪਿਆਰ ਨਾਲ ਜਵਾਬ ਦਿੱਤਾ, ਹੁਣ ਰੋਜ਼ ਸੇਠ ਵੱਲੋਂ ਪ੍ਰਸ਼ਾਦਾ ਆਉਣ ਲੱਗਿਆ ਤੇ 2 ਵੇਲੇ ਸੰਤ ਜਵਾਲਾ ਸਿੰਘ ਜੀ ਦੇ ਡੇਰੇ ਤੋਂ ਵੀ ਪ੍ਰਸ਼ਾਦਾ ਪਹੁੰਚਦਾ ਸੀ। ਤੇ ਸੰਤ ਆਪ ਵੀ ਇੱਕ ਟਾਈਮ ਰੋਜ਼ ਹੀ ਕਦੇ ਘੋੜੀ ਪਰ ਕਦੇ ਰੱਥ ਪਰ ਬਾਬਾ ਜੀ ਪਾਸ ਆਉਂਦੇ ਰਹੇ। ਜਿਉਂ-ਜਿਉਂ ਇਸ ਇਲਾਕੇ ਦੀ ਸੰਗਤ ਨੂੰ ਪਤਾ ਲੱਗਦਾ, ਤਿਵੇਂ-ਤਿਵੇਂ ਹੀ ਸੰਗਤ ਵਧਣ ਲੱਗ ਗਈ। ਇੱਥੇ ਨਾਨਕਸਰ 15 ਦਿਨ ਹੋ ਗਏ ਬਾਬਾ ਜੀ ਨੂੰ ਗਿਆ, ਕੋਈ ਪਤਾ ਨਾ ਲੱਗਿਆ। ਦਿੱਲੀ, ਝੰਗ, ਚੂਹਣੀਏ, ਪੱਤੋ, ਸ਼ਿਮਲੇ ਆਦਿਕ ਸਭ ਪਾਸੇ ਤਾਰਾਂ ਟੈਲੀਫੋਨ ਕਰਕੇ ਪੁੱਛਿਆ, ਕਿਤੋਂ ਖਬਰ ਨਾ ਮਿਲੀ, ਕਿਉਂਕਿ ਬਾਬਾ ਜੀ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਅੱਗੇ ਗਏ ਨਹੀਂ ਸਨ ਤੇ ਇੱਥੋਂ ਦੀ ਸੰਗਤ ਨੇ ਅੱਗੇ ਪਿੱਛੇ ਦੀ ਕੋਈ ਵਾਕਫੀਅਤ ਨਹੀਂ ਸੀ ਤੇ ਜੋ ਜਲੰਧਰ ਤੋਂ ਆਉਣ ਜਾਣ ਵਾਲੇ ਸਨ ਉਹਨਾਂ ਨੂੰ ਰੋਕਿਆ ਹੋਇਆ ਸੀ ਕਿ ਕਿਸੇ ਨੂੰ ਪਤਾ ਨਹੀਂ ਦੇਣਾ। ਇੱਥੇ ਨਾਨਕਸਰ ਸਾਰੇ ਘਾਬਰ ਗਏ, ਕੁਝ ਪਤਾ ਨਹੀਂ ਲੱਗਿਆ, ਕੋਈ ਕੁਝ ਕਹਿੰਦਾ, ਕੋਈ ਕੁਝ। ਹੁਣ ਕੁਝ ਕੁ ਪ੍ਰੇਮੀ ਸੰਤ ਲਕਸ਼ਮਣ ਦਾਸ ਨੂੰ ਬੇਨਤੀ ਕਰਨ ਲੱਗੇ, ਮਹਾਰਾਜ, ਤੁਸੀਂ ਕੋਈ ਬਿਰਤੀ ਟਿਕਾ ਕੇ ਬਾਬਾ ਜੀ ਦੀ ਖੋਜ ਕੱਢੋ, ਕਿਉਂਕਿ ਇਹਨਾਂ ਸੰਤਾਂ ਦੀ ਬਾਬਾ ਜੀ ਪਰ ਬਹੁਤ ਹੀ ਭਾਵਨਾ ਬਣ ਚੁੱਕੀ ਸੀ ਅਤੇ ਬਾਬਾ ਜੀ ਵੀ ਇਹਨਾਂ 'ਤੇ ਬੜੇ ਪ੍ਰਸੰਨ ਸੀ। ਇਸ ਕਰਕੇ ਨਾਨਕਸਰ ਦੀ ਸਪੁਰਦੀ ਇਹਨਾਂ ਨੂੰ ਦੇ ਗਏ ਸੀ ਤੇ ਸੰਤ ਲਕਸ਼ਮਣ ਦਾਸ ਜੀ ਵੀ ਹੌਸਲੇ ਵਿੱਚ ਸੀ ਅਤੇ ਧੀਰਜ ਵੀ ਦਿੰਦੇ ਸੀ, ਕਿਉਂਕਿ ਸੁਰਤੀ ਨਾਲ ਬਾਬਾ ਜੀ ਨਾਲ ਗੱਲਬਾਤ ਵੀ ਕਰ ਲੈਂਦੇ ਸੀ। ਪਰ ਬਾਬਾ ਜੀ ਦਾ ਹੁਕਮ ਨਾ ਹੋਣ ਕਰਕੇ ਕਿਸੇ ਨੂੰ ਦੱਸਦੇ ਨਹੀਂ ਸਨ। ਪਰ ਜੋ ਸੰਗਤ ਦਾ ਇਕੱਠ ਬਾਬਾ ਜੀ ਵੇਲੇ ਸੀ, ਉਹ ਘਟ ਗਿਆ। ਬਾਕੀ ਸੰਗਤ ਇਹਨਾਂ ਨੇ ਚੰਗੀ ਕੰਟਰੋਲ ਵਿੱਚ ਕਰ ਲਈ। ਕੁਝ ਆਈ ਗਈ ਸੰਗਤ ਨੂੰ ਕਥਾ ਦੁਆਰੇ ਉਪਦੇਸ਼ ਵੀ ਦਿਆ ਕਰਦੇ ਸਨ ਤੇ ਪਾਠਾਂ ਦਾ ਅਤੇ ਕੀਰਤਨ ਦਾ ਪ੍ਰਵਾਹ ਪੂਰਾ ਜਾਰੀ ਰੱਖਿਆ, ਕੋਈ ਫਰਕ ਨਹੀਂ ਪੈਣ ਦਿੱਤਾ। ਜਦੋਂ 20 ਕੁ ਦਿਨ ਹੋਏ ਤਾਂ ਬਾਬਾ ਜੀ ਨੇ ਵੀ ਤਿਆਰੀ ਕਰ ਲਈ, ਕਿਉਂਕਿ ਸੰਗਤ ਦਾ ਇਕੱਠ ਜ਼ਿਆਦਾ ਹੋਣ ਲੱਗ ਗਿਆ। ਤਿਆਰੀ ਦਾ ਜਦੋਂ ਛੱਜੂ ਰਾਮ ਨੂੰ ਪਤਾ ਲੱਗਿਆ ਤਾਂ 2 ਟਾਂਗਿਆਂ ਵਿੱਚ ਪਰਿਵਾਰ ਨੂੰ ਲੈ ਕੇ ਆਇਆ ਤੇ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਪਰਿਵਾਰ ਸਮੇਤ ਰੋਣ ਲੱਗਿਆ। ਹਜ਼ੂਰ ਨੇ ਦਿਲਾਸਾ ਦਿੰਦਿਆਂ ਕਿਹਾ, ਛੱਜੂ ਰਾਮਾ, ਤੂੰ ਕਿਹੜਾ ਲੈਣ ਵਾਸਤੇ ਗਿਆ ਸੀ? ਅਸੀਂ ਆਪ ਹੀ ਤੇਰੇ ਪਾਸ ਆ ਗਏ ਹਾਂ ਅਤੇ ਜੋ ਤੈਨੂੰ ਵਕਤ ਮਿਲਿਆ ਹੈ ਇਹ ਤੇਰਾ ਦਰਗਾਹ ਵਿੱਚ ਮੁਜਰੇ ਹੈ। ਇਸ ਦੇ ਬਦਲੇ ਤੈਨੂੰ ਬਹੁਤ ਕੁਝ ਦਰਗਾਹੀ ਸੁੱਖ ਮਿਲੇਗਾ। ਇਹ ਸੁਣ ਕੇ ਹੋਰ ਰੋਇਆ ਤੇ ਕਹਿਣ ਲੱਗਿਆ, ਪਾਤਸ਼ਾਹ, ਤਦੇ ਤਾਂ ਰੋਣਾ ਆਉਂਦਾ ਹੈ, ਨਾ ਕੋਈ ਕਮਾਈ ਕੀਤੀ, ਨਾ ਕੋਈ ਸੁਨੇਹਾ ਚਿੱਠੀ ਪੱਤਰ ਕੀਤਾ, ਰੱਬ ਆਪੇ ਹੀ ਚੱਲ ਕੇ ਘਰ ਆ ਗਿਆ। ਪਤਾ ਨਹੀਂ ਮੇਰੇ ਕਿਹੜੇ ਪਾਪਾਂ ਤੇ ਰਿੱਝੇ ਹੋ ਤੇ ਜਦੋਂ ਸੇਵਾ ਕਰਨ ਦਾ ਮਨ ਬਣਿਆ ਹੈ ਆਪ ਜੀ ਨੇ ਤਿਆਰੀ ਕਰ ਲਈ ਹੈ। ਹਜ਼ੂਰ ਨੇ ਕਿਹਾ, ਛੱਜੂ ਰਾਮਾ, ਜਿਵੇਂ ਮਾਈਆਂ ਦੁੱਧ ਨੂੰ ਜਾਗ ਲਾਉਂਦੀਆਂ ਹਨ ਤੇ ਦੂਸਰੇ ਦਿਨ ਰਿੜਕ ਕੇ ਮੱਖਣ ਕੱਢ ਲੈਂਦੀਆਂ ਹਨ, ਤਿਵੇਂ ਹੀ ਅਸੀਂ ਤੈਨੂੰ ਜਾਗ ਲਾ ਦਿੱਤੀ ਹੈ, ਆਪੇ ਹੀ ਸਮੇਂ ਅਨੁਸਾਰ ਤੱਕ ਮੱਖਣ ਨਿਕਲ ਆਵੇਗਾ। ਹੁਣ ਛੱਜੂ ਰਾਮ ਨੇ ਬੇਨਤੀ ਕੀਤੀ, ਪਾਤਸ਼ਾਹ, ਜਿਵੇਂ ਜਾਗ ਆਪੇ ਲਾਈ ਜੇ ਤਿਵੇਂ ਤੋੜ ਵੀ ਆਪੇ ਨਿਭਾ ਲੈਣੀ, ਭਾਵ ਤੇਰੇ ਚਰਨਾਂ ਨਾਲ ਬਣ ਆਵੇ। ਜਿਵੇਂ ਫਰੀਦ ਜੀ ਕਹਿੰਦੇ ਹਨ, ਜਾ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛਤਾਓ, ਵਤ ਕੁਆਰੀ ਨਾ ਥੀਏ। ਭਾਵ ਫਰੀਦ ਜੀ ਕਹਿੰਦੇ ਹਨ, ਜਿਸ ਵੇਲੇ ਜੀਵ ਦੀ ਸ਼ਾਦੀ ਨਹੀਂ ਹੋਈ ਹੁੰਦੀ ਉਸ ਵੇਲੇ ਬੜਾ ਚਾਅ
ਚਾਉ ਕਹੀਏ ਇੱਛਾ ਹੁੰਦੀ ਹੈ। ਜਿਸ ਵਕਤ ਸ਼ਾਦੀ ਹੋ ਜਾਂਦੀ ਹੈ, ਬਾਲ ਬੱਚੇ ਹੋਣ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਹਨ, ਫਿਰ ਕਹਿੰਦਾ ਹੈ ਕਿੱਥੇ ਗੱਲ ਪੰਜਾਲੀ ਪਾ ਲਈ। ਸੋ ਫਰੀਦ ਜੀ ਕਹਿੰਦੇ ਹਨ, ਅੱਗੇ ਵਾਸਤੇ ਇਹ ਪਛਤਾਓ ਭਾਵ ਚਿੰਤਾ ਹੈ ਕਿ ਹੇ ਵਾਹਿਗੁਰੂ ਫਿਰ ਨਾ ਜਨਮ ਮਰਨ ਵਿੱਚ ਆਉਣਾ ਪਏ। ਛੱਜੂ ਰਾਮ ਨੇ ਕਿਹਾ, ਪਾਤਸ਼ਾਹ ਸਾਡੀ ਤਾਂ ਇਹੋ ਅਰਦਾਸ ਹੈ ਕਿ ਜਿਵੇਂ ਘਰ ਚੱਲ ਕੇ ਆਏ ਹੋ ਤਿਵੇਂ ਹੀ ਲੜ ਲੱਗਿਆਂ ਦੀ ਤੋੜ ਨਿਭਾਓ। ਬਾਬਾ ਜੀ ਨੇ ਹੌਸਲਾ ਦਿੱਤਾ ਅਤੇ ਹੋਰ ਆਈ ਸੰਗਤ ਨੂੰ ਪ੍ਰਸੰਨਤਾ ਦੇ ਕੇ ਕਾਰ ਵਿੱਚ ਬੈਠ ਕੇ ਨਾਨਕਸਰ ਪਹੁੰਚੇ। ਇੱਥੇ ਦੂਰੋਂ ਹੀ ਕਾਰਾਂ ਨੂੰ ਤੱਕ ਕੇ ਸਾਰੀ ਸੰਗਤ ਇਕੱਠੀ ਹੋ ਗਈ। ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕਿਆ। ਬਾਬਾ ਜੀ ਨੇ ਸਭ ਨੂੰ ਸੁੱਖ ਆਨੰਦ ਪੁੱਛੀ ਦੱਸੀ ਅੰਦਰ ਆਪਣੇ ਆਸਣ ਤੇ ਪਹੁੰਚੇ। ਹੁਣ ਬਾਬਾ ਹਜੂਰਾ ਸਿੰਘ, ਬਾਬਾ ਡਰੋਲੀ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਨੇ ਹਜ਼ੂਰ ਨੂੰ ਮੱਥਾ ਟੇਕਿਆ। ਬਾਬਾ ਜੀ ਨੇ ਕਿਹਾ, ਈਸ਼ਰ ਭੁੱਖ ਲੱਗੀ ਹੈ, ਕੁਝ ਖਾਣ ਨੂੰ ਹੈ? ਅੱਗੋਂ ਕਿਹਾ ਜੀ, ਇਹੋ ਕਹਿ ਕੇ ਥਾਲ ਪਰੋਸ ਕੇ ਪ੍ਰਸ਼ਾਦੇ ਦਾ ਅੱਗੇ ਰੱਖ ਦਿੱਤਾ। ਹਜ਼ੂਰ ਨੇ ਪ੍ਰਸ਼ਾਦਾ ਛਕਿਆ, ਬੜੇ ਪ੍ਰਸੰਨ ਹੋਏ। ਇਹ ਵੀ ਇੱਕ ਇਮਤਿਹਾਨ ਸੀ। ਇਹ ਕਹਿਣ ਯੋਗ ਗੱਲ ਹੈ ਕਿ ਜਿਵੇਂ ਮਾਸਟਰ ਬੱਚਿਆਂ ਨੂੰ ਰੋਜ਼ ਪੜ੍ਹਾਈ ਕਰਾਉਂਦਾ ਹੈ ਅਤੇ ਸਵਾਲ ਪਾਉਂਦਾ ਹੈ, ਤਿਵੇਂ ਹੀ ਬਾਬਾ ਜੀ ਕੋਈ ਨਾ ਕੋਈ ਸੇਵਕ ਦੀ ਪ੍ਰੀਖਿਆ ਦਾ ਨਵਾਂ ਹੀ ਰਾਹ ਕੱਢੀ ਰੱਖਦੇ ਸਨ। ਕਈ ਵਾਰ ਬਾਬਾ ਜੀ ਨੇ ਸਫ਼ਰ ਵਿੱਚ ਜਾਂਦਿਆਂ ਕਾਰ ਜੰਗਲ ਵਿੱਚ ਰੋਕ ਲੈਣੀ ਤੇ ਕਹਿਣਾ, ਲਿਆ ਈਸ਼ਰ ਪ੍ਰਸ਼ਾਦਾ ਛਕੀਏ। ਅੱਗੋਂ ਸਤਿਵਚਨ ਕਹਿਣਾ, ਅਵਲ ਤਾਂ ਥਰਮੋਸ ਵਿੱਚ 24 ਘੰਟੇ ਪ੍ਰਸ਼ਾਦਾ ਅਤੇ ਚਾਹ ਤਿਆਰ ਰੱਖਣੀ। ਜੇ ਕਿਸੇ ਕਾਰਨ ਕਰਕੇ ਤਿਆਰ ਨਾ ਹੋਣੀ ਜਾਂ ਬਾਬਾ ਜੀ ਨੇ ਕਿਸੇ ਨੂੰ ਪ੍ਰਸ਼ਾਦ ਵਜੋਂ ਦੇ ਦੇਣੀ ਤੇ ਬਾਅਦ ਵਿੱਚ ਆਪ ਮੰਗ ਲੈਣੀ ਤਾਂ ਅੱਗੋਂ ਬਾਬਾ ਈਸ਼ਰ ਸਿੰਘ ਜੀ ਨੇ ਨਾ ਨਹੀਂ ਕਰਨੀ। ਸਤਿਵਚਨ ਕਰਕੇ ਥੋੜ੍ਹੇ ਮਿੰਟਾਂ ਵਿੱਚ ਹੀ ਰੋਟੀ ਤਿਆਰ ਕਰ ਦੇਣੀ, ਕਿਉਂਕਿ ਬਾਬਾ ਈਸ਼ਰ ਸਿੰਘ ਜੀ ਨੇ ਇੱਕ ਬਾਲਟੀ ਢੱਕਣ ਵਾਲੀ ਬਣਾਈ ਹੋਈ ਸੀ, ਜਿਸ ਵਿੱਚ ਸਟੋਪ, ਲੂਣਕੀ, ਆਟਾ, ਦਾਲ, ਸਬਜ਼ੀ, ਤਵਾ ਆਦਿਕ ਹਰ ਇੱਕ ਚੀਜ਼ ਬਾਲਟੀ ਦੇ ਵਿੱਚ ਰੱਖ ਕੇ ਉੱਪਰੋਂ ਢੱਕਣ ਲਗਾ ਦੇਣਾ। ਜੇ ਕਿਸੇ ਵੇਲੇ ਤਵਾ ਭੁੱਲ ਗਿਆ ਹੈ ਤਾਂ ਗੜਵਾ ਮੂਧਾ ਮਾਰ ਕੇ ਉੱਪਰ ਰੋਟੀ ਤਿਆਰ ਕਰ ਲੈਣੀ। ਜੇ ਕਿਸੇ ਵਕਤ ਸਟੋਪ ਵਿੱਚ ਤੇਲ ਨਾ ਹੋਵੇ ਤਾਂ ਕਿਸੇ ਜ਼ਿਮੀਂਦਾਰ ਦੀ ਕਹੀ ਫੜ ਕੇ 2 ਮਿੱਟੀ ਦੀਆਂ ਢੇਮਾਂ ਰੱਖ ਕਹੀ ਉੱਪਰ ਹੀ ਪ੍ਰਸ਼ਾਦਾ ਤਿਆਰ ਕਰ ਲੈਣਾ। ਜੇ ਕਿਸੇ ਵੇਲੇ ਆਟਾ ਰੱਖਣਾ ਭੁੱਲ ਜਾਣਾ ਤਾਂ ਜੋੜੀ ਵਾਲੇ ਪਾਸੋਂ ਸੁੱਕਾ ਆਟਾ ਲੈ ਲੈਣਾ, ਕਿਉਂਕਿ ਜੋੜੀ ਵਾਲੇ ਨੂੰ ਵੀ ਆਟਾ ਗੁੰਨ ਕੇ ਅਤੇ ਸੁੱਕਾ ਸਫ਼ਰ ਵਿੱਚ ਨਾਲ ਰੱਖਣਾ ਜ਼ਰੂਰੀ ਹੁੰਦਾ ਸੀ। ਪਤਾ ਨਹੀਂ ਕਿਸ ਟਾਈਮ ਕੀਰਤਨ ਕਰਨ ਦਾ ਹੁਕਮ ਦੇ ਦੇਣ ਤੇ ਇਸ ਪ੍ਰਕਾਰ ਹਰ ਵਕਤ ਸੇਵਕਾਂ ਨੂੰ ਤਿਆਰ ਬਰ ਤਿਆਰ ਰਹਿਣਾ ਪੈਂਦਾ ਸੀ। ਸੋ ਅੱਜ ਵੀ ਬਾਬਾ ਜੀ ਨੇ 20-22 ਦਿਨਾਂ ਪਿੱਛੋਂ ਆਉਂਦਿਆਂ ਪ੍ਰਸ਼ਾਦਾ ਛਕਿਆ, ਝੱਟ ਆਰਾਮ ਕਰ ਇਸ਼ਨਾਨ ਪਾਣੀ ਕੀਤਾ, ਫਿਰ ਦੀਵਾਨ ਵਿੱਚ ਆਪਣੇ ਆਸਣ ਪਰ ਬਿਰਾਜਮਾਨ ਹੋਏ ਅਥਵਾ ਕਥਾ ਕੀਰਤਨ ਸਰਵਣ ਕੀਤਾ। ਅਗਲੇ ਦਿਨ ਅੰਮ੍ਰਿਤ ਵੇਲੇ ਦਾ ਕੀਰਤਨ ਸੁਣ ਕੇ ਉਪਰੰਤ ਹਾਜ਼ਰੀ ਕਰਕੇ ਬੌਲੀ ਸਾਹਿਬ ਵੱਲ ਸੈਰ ਕਰਕੇ ਵਾਪਸ ਠਾਠ ਵਿੱਚ ਇਸ਼ਨਾਨ ਪਾਣੀ ਕਰਕੇ ਸੁਖਮਨੀ ਸਾਹਿਬ ਦੇ ਪਾਸ ਪੁੱਜੇ। ਥੋੜ੍ਹਾ ਚਿਰ ਪਾਠ ਸੁਣ ਕੇ ਸਾਰੀ ਸੰਗਤ ਦੀ ਹਾਜ਼ਰੀ ਲਈ ਅਤੇ ਸਾਰਿਆਂ ਪਾਸੋਂ ਸੁੱਖ ਆਨੰਦ ਪੁੱਛੀ ਦੱਸੀ। 1.5-2 ਘੰਟੇ ਦੇ ਕਰੀਬ ਸਾਰੇ ਠਾਠ ਵਿੱਚ ਚੱਕਰ ਲਗਾ ਕੇ ਵਾਪਸ ਅੰਦਰ ਆਸਣ ਪਰ ਪਹੁੰਚੇ। ਇਸ ਤੋਂ ਅੱਗੇ ਦੀ ਸਾਖੀ ਅਗਲੇ ਭਾਗ ਦੇ ਵਿੱਚ। ਤਦ ਤੱਕ ਲਈ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ। ਧੰਨਵਾਦ।